महिला पहला। काया कोमल फुल गुण, नानक गुप्स नामाल। काया कोमल फुल गुण, नानक गुप्स माल। इन्नी फूली रौ करे, इन्नी फूली रौ करे। अबर के चुनिए डाल, महला दूजा। नानक तिना बसंत है, जे जिन घर बसिया कंत। जिनके कंत दिशापुरी, से अहनस फिरे जलंत। पौड़ी। आपे बख्शे दया कर, गुर सतगुर बचनी। आनंदन सेवी गुण रवा, मन सच्चै रचनी। प्रभु मेरा बेअंत है, अंत किनै ना लखनी। सतगुर चरनी लगिया, हर नाम नित जपनी। जो इच्छै सो फल पाइसी, सब घरै बिच जचनी। जो इच्छै सो फल पाइसी, सब घरै बिच जचनी। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हाजुरी दे विच सुभाईमान गुरु प्यारिओ, आप सब तन तन दे योग हों, बड़े भाग ने। साहिबा दी मुबारक गोद विच बैठ कर गुरबाणी दा आनंद मान रहे हो। सो आओ गुरबाणी विचार आरंभ करिए। फतेह बुलाइए सबना ने इक्के बार कहण ते, आपस विच फतेह दी सांझ पाउणी। बोलना जी आखियो वाहिगुरू जी का खालसा, वाहिगुरू जी की फतेह। धन श्री गुरु नानक देव महाराज बड़े प्यार दे विच भिज के अपनी पावन बाणी सूही राग सलोक दे विच बख्शिश कीता। साडी इस गुरु तो बिना नमाणी निताणी अनटेक जिंदड़ी नूं उपदेश बख्शिया, सहारा बख्शिया। अपने आप नूं सोहणे बनाइए। गुरदेव पातशाह ने तरीका दस्या, किस गल दे आधार ते, वो केड़ा साडे जीवन दे विच गुण होवेगा, जिस गुण दी महक साडे परिवार विच, साडे अपने आप विच अते संसार विच बग पवे, चल पवे। फिर गुरु साहब ने बख्शिश की है, दसना उन्होंने
ਉਹ ਕਿਹੜੀ ਖੁਸ਼ਬੂ ਆ, ਉਹ ਕਿਹੜਾ ਜੀਵਨ ਆ, ਕਿਸ ਜੀਵਨ ਨੂੰ ਸਤਿਕਾਰ ਹੈ। ਸ਼ਲੋਕ ਮਹੱਲਾ ਪਹਿਲਾ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪਸ ਮਾਲ। ਕਾਇਆ ਤੋਂ ਭਾਵ ਸਭ ਤੁਸੀਂ ਜਾਣਦੇ ਹੋ ਸਰੀਰ। ਕਾਇਆ ਕੋਮਲ, ਕੋਮਲ ਤੋਂ ਭਾਵ ਹੈ ਇੱਥੇ ਦੋ ਔਂਕੜਾਂ ਲਾਈਆਂ ਕੋਮਲ, ਤੇ ਆਪਾਂ ਕੋਮਲ ਦੇ ਅਰਥ ਕੀ ਕਰਦੇ ਹਾਂ? ਬਿਲਕੁਲ ਨਾਜ਼ੁਕ, ਮੁਲਾਇਮ, ਬਿਲਕੁਲ ਸੌਫਟ ਜਾ, ਨਰਮ ਜਾ। ਗੁਰੂ ਸਾਹਿਬ ਕਹਿੰਦੇ ਤੇਰਾ ਜਿਹੜਾ ਤਨ ਆ ਨਾ, ਇਹ ਬੜਾ ਕੋਮਲ ਆ। ਬੜਾ ਕੋਮਲ ਕਹਿ ਕੇ ਨਹੀਂ ਸਰਦਾ, ਬਹੁਤ ਨਜਾਇਜ਼ ਕੋਮਲ ਆ। ਕਾਇਆ ਕੋਮਲ। ਫਿਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਹਿੰਦੇ ਫੁੱਲ ਗੁਣ। ਇਹ ਤਨ ਨੂੰ, ਕੋਮਲ ਜੀਆਂ ਟਹਿਣੀਆਂ ਨੂੰ, ਕੋਮਲ ਜੇ ਸਰੀਰ ਨੂੰ ਨਾ ਫੁੱਲ ਲੱਗਦੇ ਹੁੰਦੇ ਨੇ। ਤੇ ਜਿਹੜੇ ਫੁੱਲ ਲੱਗਦੇ ਨੇਗੇ ਉਹ ਗੁਣਾਂ ਦੇ ਨੇ। ਹੁਣ ਚੇਤਾ ਰੱਖਿਓ ਵੀ ਆਪਾਂ ਜਦੋਂ ਗੁਣਾਂ ਦੇ ਆਧਾਰ ਤੇ ਨਿਗਾਹ ਮਾਰ ਕੇ ਵੇਖਾਂਗੇ ਨਾ ਸੰਸਾਰ ਦੇ ਵਿੱਚ, ਸੱਚਾਈ ਹੈ ਵੀ ਸਾਨੂੰ ਕੋਈ ਵੀ ਔਗਣ ਹਾਰੀ ਨਹੀਂ ਲੱਗਿਆ, ਸਭ ਗੁਣਾਂ ਵਾਲੀ ਜਾਪਣਗੇ। ਪਰ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਵੇਖਾਂਗੇ ਤਾਂ ਗੁਣਾਂ ਦੇ ਧਾਰ ਨਹੀਂ ਲੱਗਣਗੇ। ਜਦੋਂ ਆਪਾਂ ਆਪਣੀ ਮਤ ਮੁਤਾਬਕ ਸਾਡੇ ਅੰਦਰ ਗੁਰੂ ਦੀ ਮਤ ਨਾ ਪ੍ਰਵੇਸ਼ ਹੋਵੇ ਤੇ ਮਨ ਮਤ ਦੇ ਆਧਾਰ ਤੇ, ਮਨ ਦੀ ਮਰਜ਼ੀ ਦੇ ਆਧਾਰ ਤੇ, ਮਨ ਦੀ ਹਉਮੈ ਦੇ ਆਧਾਰ ਤੇ ਦੇਖਾਂਗੇ ਤਾਂ ਸਾਨੂੰ ਇਉਂ ਲੱਗਣਗੇ ਵੀ ਜੋ ਹਾਂ ਮੈਂ ਹਾਂ, ਬਾਕੀ ਤਾਂ ਸਭ ਨੂੰ ਤੁਰੇ ਫਿਰਦੇ ਨੇ। ਦੋ ਖਿਆਲ ਬਣ ਗਏ। ਇੱਕ ਖਿਆਲ ਉਹ ਆ ਵੀ ਜਿਹੜਾ ਜਵਾਬ ਦੇ ਰਿਹਾ ਵੀ ਜੋ ਹਾਂ ਮੈਂ ਹਾਂ। ਇੱਕ ਖਿਆਲ ਉਹ ਆ ਵੀ ਗੁਣ ਸਭ ਦੇ ਵਿੱਚ ਹੀ ਨੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇਹ ਸੱਚੀ ਗੱਲ ਆ ਵੀ ਗੁਣ ਸਭ ਦੇ ਵਿੱਚ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਡਾ ਭੁਲੇਖਾ ਹੋਊ ਜੇ ਅਸੀਂ ਮੰਨਾਂਗੇ ਵੀ ਮੇਰੇ ਇਕੱਲੇ ਵਿੱਚ ਗੁਣ ਨੇ। ਨਹੀਂ, ਗੁਣ ਸਭ ਵਿੱਚ ਨੇ। ਉਹ ਪ੍ਰਮਾਤਮਾ ਨੇ ਜਿੱਥੇ ਸਰੀਰ ਰੂਪੀ ਬੂਟਾ ਪੈਦਾ ਕੀਤਾ ਨਾ, ਤੇ ਉੱਥੇ ਇਸ ਸਰੀਰ ਰੂਪੀ ਬੂਟੇ ਨੂੰ ਫੁੱਲ ਵੀ ਲਾਏ ਨੇ। ਉਹਦਾ ਸੁਭਾਅ ਵੀ ਜਿੰਨੇ ਕੋ ਬਾਗ ਦੇ ਵਿੱਚ, ਬਗੀਚੀ ਦੇ ਵਿੱਚ ਪੌਦੇ ਆ ਨਾ, ਬੂਟੇ ਨੇ, ਉਹਨਾਂ ਬੂਟਿਆਂ ਨੇ ਸਾਰਿਆਂ ਨੇ ਆਪੋ ਆਪਣੀ ਇੱਛਾ ਮੁਤਾਬਕ ਫੁੱਲ ਨੇ ਜਿਹੜੇ ਉਹ ਜ਼ਰੂਰ ਸਾਡੀ ਝੋਲੀ ਦੇ ਵਿੱਚ ਪਾਉਣੇ ਆ, ਖੁਸ਼ਬੂ ਵੰਡਣੀ ਆ। ਪਰ ਉਹਗੇ ਰੰਗ ਪਰਮਾਤਮਾ ਦੇ ਨੇ। ਕਿਸੇ ਨੂੰ ਬਹੁਤੇ ਫੁੱਲ ਆਉਂਦਾ, ਕਿਸੇ ਦੇ ਫੁੱਲ ਸਤਿਕਾਰਯੋਗ ਨਹੀਂ ਬਣਦੇ, ਤੇ ਕਿਸੇ ਦੇ ਫੁੱਲ ਜ਼ਿੰਦਗੀ ਦੇ ਵਿੱਚ ਨਾ ਖਿੜਨ ਕਰਕੇ ਹੀਣੇ ਰਹਿ ਜਾਂਦੇ ਆ। ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਉਹ ਫਲ ਤੋਂ, ਫੁੱਲ ਤੋਂ ਹੀਣਾ ਰਹਿ ਗਿਆ ਬੂਟਾ, ਤੇ ਉਹ ਪੌਦੇ ਦੀ ਫਿਰ ਉਸ ਬਗੀਚੀ ਵਿੱਚ, ਉਸ ਬਾਗ ਦੇ ਵਿੱਚ ਕੋਈ ਕਦਰ ਨਹੀਂ ਹੁੰਦੀ। ਆਪਾਂ ਵੀ ਇਹ ਫੁੱਲਾਂ ਸੰਧੀ ਬਾੜ, ਪੂਰੇ ਸੰਸਾਰ ਦੇ ਵਿੱਚ ਇਹ ਬੂਟੇ ਲਾਏ ਆ ਪ੍ਰਮਾਤਮਾ ਨੇ। ਆਪਾਂ ਵੀ ਉਹਨਾਂ ਬੂਟਿਆਂ ਦੇ ਵਿੱਚੋਂ ਇੱਕ ਬੂਟੇ ਹਾਂ, ਇੱਕ ਪੌਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਕੋਮਲ ਜੇ ਸਰੀਰ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਫੁੱਲ ਲਾਏ ਨੇ। ਜਿਹੜੇ ਉਹ ਫੁੱਲ ਲਾਏ ਆ ਨਾ, ਉਹ ਦੁਨਿਆਵੀ ਫੁੱਲ ਨਹੀਂ ਹਨ। ਜਾਂ ਮੰਨ ਲਈਏ ਵੀ ਆਪਣਾ ਆਸਾ ਪਾਸਾ ਬਹੁਤ ਵੱਡਾ ਹੋ ਗਿਆ, ਮੈਂ ਪੁੱਤਰਾਂ ਵਾਲਾ, ਪੋਤਰਿਆਂ ਵਾਲਾ ਤੇ ਪੜੋਤਿਆਂ ਵਾਲਾ ਹੋ ਗਿਆ, ਤੇ ਮੇਰਾ ਪਰਿਵਾਰ ਮੇਰੇ ਤਨ ਨੂੰ ਫੁੱਲ ਲੱਗੇ ਹੋਏ ਨੇ ਨਾ। ਇਹ ਨਹੀਂ ਖਿਆਲ ਹੈ। ਇੱਥੇ ਫੁੱਲ ਗੁਣਾਂ ਦਾ ਲਾਉਣਾ। ਉਹ ਪ੍ਰਮਾਤਮਾ ਨੇ ਗੁਣ ਸਭ ਨੂੰ ਦਿੱਤੇ ਨੇ, ਐਸੀ ਗੱਲ ਨਹੀਂ, ਪਰ ਕੋਈ ਕੋਈ ਗੁਣ ਵਰਤ ਲੈਂਦਾ ਤੇ ਕੋਈ ਕੋਈ ਵਰਤਦਾ ਨਹੀਂ ਹੈ। ਦਿੱਤੇ ਸਭ ਨੂੰ ਸੀ।
ਮਾਪਿਆਂ ਨੇ ਆਪਣੇ ਦੋਨੇ ਤਿੰਨੇ ਬੱਚੇ ਜਿੰਨੇ ਸੀ ਸਾਰੀ ਪੜ੍ਹਨ ਭੇਜੇ ਸਨ, ਪਰ ਇੱਕ ਪੜ੍ਹ ਲਿਖ ਕੇ ਵੱਡਾ ਚੰਗਾ ਮਾਸਟਰ ਡਾਕਟਰ ਬਣ ਗਿਆ ਤੇ ਇੱਕ ਵਿਚਾਰਾ ਪਿੱਛੇ ਰਹਿ ਗਿਆ। ਬਸ ਫਰਕ ਕੀ ਆ ਵੀ ਜਿਹਨੇ ਗੁਣਾਂ ਨੂੰ ਅਪਣਾ ਲਿਆ, ਪੜ੍ਹਾਈ ਦਾ ਗੁਣ ਜਿਹਨੇ ਅਪਣਾ ਲਿਆ ਵੀ ਹਾਂ ਮੈਂ ਦੱਬ ਕੇ ਮਿਹਨਤ ਕਰਨੀ ਅੱਗੇ ਲੱਗ ਗਿਆ। ਜਿਹਨੇ ਇਸ ਮੱਤ ਦੇ ਉੱਤੇ ਆਪਣਾ ਧਿਆਨ ਨਹੀਂ ਦਿੱਤਾਗਾ ਤੇ ਉਹ ਪਿੱਛੇ ਰਹਿ ਗਏ ਨਾ। ਬਸ ਇੰਨੀ ਕੁ ਉਦਾਹਰਨ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਉਸ ਮਾਲਕ ਜੀ ਨੇ ਗੁਣਾਂ ਦੇ ਬੂਟੇ ਨੂੰ, ਵਾਹਿਗੁਰੂ ਗੁਣਾਂ ਦੇ ਫੁੱਲ ਲਾਏ ਨੇ, ਕੋਮਲ ਜੇ ਬੂਟੇ ਨੂੰ ਤਨ ਨੂੰ। ਪਾਤਸ਼ਾਹ ਦੀ ਪਾਵਨ ਪੰਕਤੀ ਕੀ ਆ? ਕਾਇਆ ਕੋਮਲ ਫੁੱਲ ਗੁਣ ਨਾਨਕ। ਫਿਰ ਕਹਿ ਰਿਹਾ ਕੀ ਕਹਿੰਦਾ ਹੈ? ਗੋਪਸ। ਗੋਪਸ ਦਾ ਭਾਵ ਹੈ ਫਿਰ ਕੱਲਾ ਕੱਲਾ ਗੁਣ, ਕੱਲਾ ਕੱਲਾ ਫੁੱਲ ਤੂੰ ਆਪਣੀ ਇਸ ਤਨ ਤੇ ਗੁੰਦ ਲਾ। ਮੰਨ ਲਓ ਵੀ ਇੱਕ ਨਿੱਕਾ ਜਿਹਾ ਪੌਦਾ ਗਾ, ਬਿਲਕੁਲ ਨਿੱਕਾ ਜਿਹਾ, ਆਪਾਂ ਆਮ ਹੀ ਵੇਖਦੇ ਆ ਵਾੜੀਆਂ 'ਚ, ਤੇ ਉਸ ਪੌਦੇ ਦੇ ਵਿੱਚ ਇੰਨੀ ਕੁ ਖਿੱਚ ਹੁੰਦੀ ਆ, ਉਹਦੇ ਕੋਮਲ ਟਹਿਣੀਆਂ ਤੇ ਕੋਮਲ ਫੁੱਲ ਲੱਗੇ ਹੋਏ, ਵੇਖਣ ਵਾਲਾ ਬੰਦਾ ਗਦ ਗਦ ਹੋਟਦਾ, ਰੰਗ ਬੜਾ, ਤੇ ਉਹ ਪੱਤੇ ਕੱਲੇ ਕੱਲੇ ਫੁੱਲ ਦੇ ਵਿੱਚ ਚਿਣੇ ਬੜੇ ਨੇ, ਗੁੰਦੇ ਪਏ ਨੇ ਵਿੱਚ। ਪੌਦਿਆਂ ਦਾ ਨਾਂ ਹੀ ਤਾਂ ਆਪਾਂ ਗੇਂਦਾ ਰੱਖਿਆ, ਗੇਂਦਾ ਮੀਨਜ਼ ਗੁੰਦਿਆ ਹੋਇਆ। ਇੱਥੇ ਗੋਪਸ ਕਿਵੇਂ ਫੁੱਲ ਗੁੰਦਿਆ ਪਿਆ ਗਾ। ਉਹ ਬੰਦੇ ਨੇ ਨਹੀਂ ਆਪਣੇ ਵੱਲੋਂ ਕਾਰਵਾਈ ਕੀਤੀ ਵੀ ਮੈਂ ਫੁੱਲ ਨੂੰ ਗੁੰਦ ਦੇਵਾਂ, ਨਾ। ਉਹ ਬੂਟੇ ਦੀ ਜਿਹੜੀ ਮੂਲ ਆ ਗਈ ਨਾ, ਵਾਹਿਗੁਰੂ ਪਰਮਾਤਮਾ ਨੇ ਜਿਸ ਧਰਤੀ ਤੇ ਉਹਨੂੰ ਪੈਦਾ ਕੀਤਾ, ਉਸ ਧਰਤੀ ਤੋਂ ਗੁਣ ਲੈ ਕੇ ਰੱਬੀ ਭਾਣੇ ਦੇ ਵਿੱਚ ਮਿੱਟੀ, ਪਾਣੀ, ਆਕਾਸ਼, ਰਾਤ, ਦਿਨ, ਸੂਰਜ ਦੀਆਂ ਕਿਰਨਾਂ, ਚੰਦਰਮੇ ਰਾਹੀਂ ਉਹ ਬੂਟੇ ਤੇ ਪਈਆਂ। ਇਹ ਸਭ ਕੁਝ ਪਰਮਾਤਮਾ ਦੇ ਰਾਹੀਂ ਹੋਇਆ। ਤੇ ਬੂਟੇ ਨੇ ਆਪਣੇ ਨਿੱਕੇ ਜਿਹੇ ਪੌਦੇ ਨੂੰ ਚਾਰ ਚਫੇਰਿਓਂ ਫੁੱਲਾਂ ਦੇ ਨਾਲ ਗੁੰਦ ਲਿਆ, ਭਰਿਆ ਪਿਆ। ਨਿਗਾਹ ਮਾਰ ਕੇ ਦੇਖੋ, ਅੱਜ ਹੀ ਪ੍ਰੈਕਟੀਕਲ ਕਰਿਓ। ਚਲੋ ਉਹ ਤਾਂ ਇੱਕੋ ਸਮਝਣ ਵਾਸਤੇ ਗੱਲ ਸੀ ਵੀ ਕਿਵੇਂ ਬੂਟਾ ਗੁੰਦਿਆ ਗਿਆ। ਉਹਨੇ ਹਿੰਮਤ ਕੀਤੀ, ਹੌਸਲਾ ਨਹੀਂ ਛੱਡਿਆ, ਆਪਣੇ ਨਿੱਕੇਪਣ ਵੱਲ ਨਹੀਂ ਵੇਖੀ ਮੈਂ ਨਿੱਕਾ ਜਾਂ ਕੀ ਕਰਾਂ। ਆਪਾਂ ਵੀ ਇਹੀ ਵੇਖਣਾ, ਆਪਾਂ ਨਹੀਂ ਵੇਖਣਾ ਮੇਰੀ ਕੀ ਜਾਤ ਆ, ਕੀ ਗੋਤ ਆ, ਕੀ ਵੱਡਾ ਕੀ ਛੋਟਾ। ਆਪਾਂ ਆਪਣੇ ਆਪ ਨੂੰ ਉਸ ਵਾਹਿਗੁਰੂ ਜੀ ਤੋਂ ਮੱਤ ਲੈ ਕੇ ਗੁਣਾ ਰੂਪੀ ਫੁੱਲਾਂ ਦੇ ਨਾਲ ਗੁੰਦਣਾ ਹੈ। ਨਾਨਕ ਗੋਪਸ, ਗੁਪਸ ਤੋਂ ਭਾਵ ਗੁੰਦਣਾ। ਮਾਲ, ਆਪਣੇ ਆਪ ਨੂੰ ਤੂੰ ਗੁੰਦ, ਸੋਹਣੀ ਮਾਲਾ ਬਣਾ। ਮਾਲ ਤੋਂ ਭਾਵ ਸੋਹਣੀ ਮਾਲਾ ਤਿਆਰ ਕਰ। ਹੁਣ ਚੇਤਾ ਰੱਖਿਓ, ਗੁਰੂ ਨੇ ਇੱਥੇ ਕਿਹਾ, ਕਹਿੰਦੇ ਤੂੰ ਆਪਣੇ ਆਪ ਨੂੰ ਗੁੰਦ ਲਾ, ਉਹਨਾਂ ਫੁੱਲਾਂ ਦੀ ਸੋਹਣੀ ਮਾਲਾ ਬਣਾ ਲਾ। ਹੁਣ ਇੱਥੇ ਸਾਡੀ ਜਿਹੜੀ ਕਹਾਣੀ ਆ ਉਹ ਆ ਕੇ ਉਲਝ ਗਈ। ਗੁਰੂ ਨੇ ਨਹੀਂ ਕਿਹਾ ਵੀ ਮਾਲਾ ਨਾ ਆਪਣਾ, ਪਰ ਆਪਣਾ। ਕਿਹੜੀ ਅਪਣਾਉਣੀ ਆ ਉਹ ਆਪਾਂ ਗੁਰੂ ਤੋਂ ਪੁੱਛਣੀ ਆ। ਗੁਰੂ ਨਹੀਂ ਨਾ ਕਹਿੰਦਾ ਵੀ ਮਾਲਾ ਨਾ ਆਪਣਾ, ਉਹ ਤਾਂ ਕਹਿੰਦਾ ਵੀ ਆਪਣਾ ਲੈ, ਕੋਈ ਗੱਲ ਨਹੀਂ, ਪਰ ਕਿਹੜੀ ਮਾਲਾ? ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਮੇਰੀ ਮਾਲਾ, ਮੇਰੀ ਸਿਮਰਨੀ ਰਸਨਾ ਤੇ 24 ਘੰਟੇ ਵਾਹਿਗੁਰੂ ਅੱਲਾ ਖੁਦਾ ਦਾ ਨਾਮ, ਇਹ ਮਾਲਾ ਦਾ ਰੂਪ ਆ। 24 ਘੰਟੇ ਹਰ ਟਾਈਮ ਉਸ ਵਾਹਿਗੁਰੂ ਜੀ ਨੂੰ, ਪਰਮਾਤਮਾ ਜੀ ਨੂੰ ਧਿਆਨ ਵਿੱਚ ਰੱਖਣਾ, ਚੇਤੇ ਵਿੱਚ ਰੱਖਣਾ, ਇਹ ਮਾਲਾ ਮੇਰੇ ਲਈ ਸਭ ਤੋਂ ਵੱਡੀ ਇਹ ਮਾਲਾ। ਗੁਰਦੇਵ ਪਾਤਸ਼ਾਹ ਨੂੰ ਪੁੱਛ ਲੋ, ਕਹਿੰਦਾ ਹਰ ਹਰ ਅੱਖਰ ਦੋਏ, ਇਹ ਮਾਲਾ। ਗੁਰੂ ਸਾਹਿਬ ਜੀ ਕਹਿੰਦੇ ਆਹ ਮਾਲਾ ਅਪਣਾ ਲਾ। ਕਿਹੜੀ? ਹਰ ਹਰ ਅੱਖਰ, ਪਰਮਾਤਮਾ ਦਾ ਨਾਮ ਰੂਪੀ ਅੱਖਰ। ਹਰ ਹਰ ਅੱਖਰ ਦੋਏ, ਇਹ ਮਾਲਾ। ਆਹ ਮਾਲਾ ਅਪਣਾ ਲਾ। ਹੋਰ ਮਾਲਾ ਕਿਹੜੀ ਆ? ਗੁਰਦੇਵ ਪਾਤਸ਼ਾਹ ਨੇ ਅੱਗੇ ਜਾ ਕੇ ਜ਼ਿਕਰ ਕੀ ਕੀਤਾਗਾ? ਊਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰਿ ਹਰਿ ਗਾਈਐ। ਮਾਰਗ ਤੇ ਤੁਰਦਿਆਂ, ਉੱਠਦਿਆਂ, ਬਹਿੰਦਿਆਂ ਵਾਹਿਗੁਰੂ ਨੂੰ ਧਿਆਨ ਵਿੱਚ ਰੱਖਣਾ।
ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਇਹ ਸੋਹਣਾ ਤਜਰਬਾ। ਪਰਮਾਤਮਾ ਨੂੰ ਆਰਾਧਨਾ, ਪਰਮਾਤਮਾ ਨੂੰ ਜਪਣਾ, ਇਹ ਮਾਲਾ, ਆਹ ਮਾਲਾ ਅਪਣਾਉਣੀ ਆਪਾਂ। ਚਲੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਨ੍ਹਾਂ ਨੇ ਆਹ ਮਾਲਾ ਅਪਣਾ ਲਈ ਤੇ ਉਹ ਵਿਖਾਵੇ ਦੀ ਮਾਲਾ ਕਦੇ ਨਹੀਂ ਚੱਕਦੇ। ਨਹੀਂ ਤਾਂ ਸੱਚ ਜਾਣੋ ਵੀ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਤੋਂ ਘੱਟ ਤਸਵੀਰਾਂ ਨੇ। ਵੈਸੇ ਆਪਾਂ ਤਾਂ ਤਸਵੀਰਾਂ ਨੂੰ ਮੰਨਣਾ ਹੀ ਕੋਈ ਨਹੀਂ ਨਾ। ਚਲੋ ਕਿਤੇ ਨਾ ਕਿਤੇ ਕੋਈ ਅਜਾਇਬ ਘਰ ਦੇ ਵਿੱਚ, ਕਿਤੇ ਸਾਡੇ ਕਮਰੇ ਵਿੱਚ ਕੋਈ ਫੋਟੋ ਲੱਗੀ ਆ, ਵੱਖਰੀ ਗੱਲ ਆ, ਪਰ ਉਹਦੇ ਤੇ ਵੀ ਜ਼ਿਆਦਾਤਰ ਗੁਰੂ ਸਾਹਿਬ ਨੂੰ ਮਾਲਾ ਦਾ ਉਪਾਸ਼ਕੀ ਵਿਖਾਇਆ ਗਿਆ। ਇੱਕ ਦੋ ਪਗੜੀ ਤੇ ਲਮਕਾਤੀਆਂ, ਗਲ 'ਚ ਲਮਕਾਤੀਆਂ, ਹੱਥਾਂ 'ਚ ਫੜਾਤੀਆਂ, ਵੀ ਬਾਬਾ ਖਬਣੀ ਆਹੀ ਮਾਲਾ ਪਹਿਨ ਕੇ ਰੱਖਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਘਰਸ਼ੀ ਜੀਵਨ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਘਰਸ਼ੀ ਜੀਵਨ, ਤੇ ਜਿੱਥੇ ਸੰਘਰਸ਼ ਹੋਵੇ ਨਾ ਤੇ ਉੱਥੇ ਦੁਨਿਆਵੀ ਢੰਗ ਨਹੀਂ ਕੀਤੇ ਜਾਂਦੇ, ਦੁਨਿਆਵੀ ਤੌਰ ਤੇ ਮਲਾਵਾਂ ਨਹੀਂ ਚੱਕੀਆਂ ਜਾਂਦੀਆਂ। ਪਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗਲ 'ਚ ਮਲਾਵਾਂ ਆਪਾਂ ਆਮ ਹੀ ਵੇਖਦੇ ਹਾਂ। ਚਲੋ ਇਹ ਪਹਿਲੀ ਪੰਕਤੀ ਦੀ ਵਿਚਾਰ ਸੀ। ਕਾਇਆ ਕੋਮਲ, ਸਰੀਰ ਬੜਾ ਕੋਮਲ ਹੈ, ਇਸ ਸਰੀਰ ਨੂੰ ਤੂੰ ਗੁਣਾ ਰੂਪੀ ਫੁੱਲ ਦੇ ਨਾਲ ਗੁੰਦ ਲੈ। ਕਾਇਆ ਕੋਮਲ, ਫੁੱਲ ਗੁਣ, ਕੱਲਾ ਕੱਲਾ ਅੱਖਰ ਵਾਹਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਨੇ ਲਿਖ ਕੇ ਸਾਨੂੰ ਦੱਸ ਦਿੱਤਾ। ਫੁੱਲ ਗੁਣ, ਫੁੱਲਾਂ ਰੂਪੀ ਗੁਣਾਂ ਦੇ ਨਾਲ ਆਪਣੇ ਆਪ ਨੂੰ ਗੁੰਦ ਲੈ। ਮਤਲਬ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਗੁਣ ਪੈਦਾ ਕਰ। ਇੱਥੇ ਦੋ ਦ੍ਰਿਸ਼ਟਾਂਤ ਲੈ ਲਏ ਆਪਾਂ। ਇੱਕ ਮਾਲਾ ਦਾ, ਅੱਗੇ ਜਾ ਕੇ ਜ਼ਿਕਰ ਕੀ ਕੀਤਾ, ਨਾਨਕ ਗੁਪਸ, ਗੁਪਸ ਤੋਂ ਭਾਵ ਗੁੰਦਣਾ, ਮਾਲ ਤੋਂ ਭਾਵ ਮਾਲਾ, ਇੱਕ ਸੋਹਣੀ ਮਾਲਾ ਗੁੰਦ ਲੈ। ਮੰਨ ਲਵੋ ਵੀ ਦੁਨਿਆਵੀ ਅੱਖਰਾਂ ਦੇ ਮੁਤਾਬਕ ਗੁਰੂ ਸਾਹਿਬ ਨੇ ਸਾਨੂੰ ਕਹਿ ਦਿੱਤਾ ਵੀ ਫੁੱਲਾਂ ਦੀ ਮਾਲਾ ਗੁੰਦ, ਪਰੋਲਾ, ਫੁੱਲ ਪਰੋਲਾ। ਅਸੀਂ ਨਾ ਸਮਝਣ ਤੋਂ ਬਿਨਾ ਇਸ ਗੱਲ ਨੂੰ ਦੁਨਿਆਵੀ ਤਲ ਤੇ ਲੈ ਗਏ, ਦੁਨਿਆਵੀ ਪੱਖ ਤੇ ਲੈ ਗਏ। ਫੁੱਲ ਇਕੱਠੇ ਕਰ ਲਏ, ਇਕੱਠੇ ਕਰਕੇ ਜਾਂ ਤਾਂ ਉਹਨਾਂ ਨੂੰ ਭੋਰ ਕੇ, ਤੋੜ ਕੇ ਮੰਦਰਾਂ, ਗੁਰਦੁਆਰਿਆਂ, ਮੂਰਤਾਂ ਅੱਗੇ ਚੜਾਉਣਾ ਸ਼ੁਰੂ ਕਰ ਦਿੱਤਾ, ਤੇ ਜਾਂ ਉੱਤੇ ਏਦਾਂ ਸਵਾਗਤ ਵੱਲੋਂ ਆਪਣੇ ਵੱਲੋਂ ਛੱਡਣਾ ਸ਼ੁਰੂ ਕਰ ਦਿੱਤਾ। ਪਰ ਹੁਣ ਜੇ ਆਪਾਂ ਗੁਰੂ ਨੂੰ ਪੁੱਛੀਏ ਨਾ, ਰੱਬ ਨੂੰ ਪੁੱਛੀਏ, ਪਰਮਾਤਮਾ ਨੂੰ ਪੁੱਛੀਏ ਕਿ ਫੁੱਲ ਤੋੜਨਾ ਸਹੀ ਆ ਜਾਂ ਗਲਤ ਆ? ਕੀ ਫੁੱਲ ਗੁਰੂ ਸਾਹਿਬ ਅੱਗੇ, ਚਲੋ ਸਾਨੂੰ ਕੋਈ ਮਤਲਬ ਨਹੀਂ ਮੰਦਰ ਮਸਜਿਦ ਵਿੱਚ ਕੋਈ ਫੁੱਲ ਭੇਟ ਕਰੇ ਨਾ ਕਰੇ, ਪਰ ਗੱਲ ਜ਼ਰੂਰ ਐਡ ਜ਼ਰੂਰ ਹੋਊਗੀ ਗੱਲ, ਕਿਉਂਕਿ ਉਪਦੇਸ਼ ਇੱਥੇ ਇੱਕ ਨੂੰ ਨਹੀਂ, ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਇਹ ਤਾਂ ਗੁਰੂ ਰੂਪੀ ਮਹਾਂਪੁਰਖ ਨਾ ਸੱਚੀ ਗੱਲ ਸਾਰਿਆਂ ਲਈ ਬੋਲਦਾ, ਇੱਕ ਲਈ ਨਹੀਂ ਬੋਲਦਾ। ਕੀ ਫਿਰ ਇੱਥੇ ਫੁੱਲ ਭੇਟ ਕਰਨੇ ਜਾਇਜ਼ ਆ ਜਾਂ ਨਜਾਇਜ਼ ਆ? ਇਹ ਜ਼ਰੂਰ ਧਿਆਨ ਦਿਓ। ਹੁਣ ਗੁਰੂ ਸਾਹਿਬ ਜੀ ਕਹਿੰਦੇ ਤੂੰ ਫੁੱਲਾਂ ਦੀ ਮਾਲਾ ਪਰੋ, ਇਹਨੂੰ ਤਾਗੇ 'ਚ ਪਰੋਲਾ। ਹੁਣ ਉਹ ਤਾਗਾ ਕਿਹੜਾ? ਨਿਜਮ ਦਾ। ਫੁੱਲ ਕਿਹੜੇ ਨੇ? ਗੁਣ। ਗੁਣਾ ਰੂਪੀ ਫੁੱਲ ਸੰਤੋਖ ਰੂਪੀ, ਨਿਜਮ ਰੂਪੀ ਤਾਗੇ ਦੇ ਵਿੱਚ ਪਰੋਲਾ। ਤੇ ਸੂਈ ਕਿਹੜੀ ਵਰਤਣੀ ਆ? ਨਿਮਰਤਾ ਦੀ। ਨਿਮਰਤਾ ਦੀ ਸੂਈ ਵਰਤ ਕੇ ਆਪਣੇ ਜੀਵਨ ਨੂੰ ਗੁਰੂ ਨਾਲ ਜੋੜਦਾ। ਗੱਲ ਤਾਂ ਮੇਨ ਮੈਸੇਜ ਤਾਂ ਆ। ਅਸੀਂ ਕੀ ਕਰਦੇ ਆ? ਫੁੱਲ ਤੋੜਦੇ ਆ ਤੇ ਗੁਰੂ ਨੂੰ ਅਰਪਣ ਕਰਦੇ ਆ, ਗੁਰੂ ਸਾਹਿਬ ਤੋਂ ਦੀ ਵੀ ਸੁੱਟਦੇ ਆ। ਪਰ ਅਸਲੀਅਤ ਇਹ ਆ ਵੀ ਗੁਰੂ ਸਾਹਿਬ ਜੀ ਕਹਿੰਦੇ ਜਿਸ ਗੁਰੂ ਦੇ ਵਿੱਚੋਂ ਆਵਾਜ਼ ਆਉਂਦੀ ਆ ਨਾ ਵੀ ਫੁੱਲ ਤੋੜਨਾ, ਇਹ ਤੇਰੇ ਵਾਸਤੇ ਬਹੁਤ ਵੱਡਾ ਘੋਰ ਗੁਨਾਹ, ਤੂੰ ਬਹੁਤ ਵੱਡਾ ਇੱਕ ਅਪਰਾਧ ਕੀਤਾਗਾ। ਕਿਸੇ ਦੇ ਅੰਗ ਤੋੜੇ ਨੇ ਤੇ ਉਹ ਫੁੱਲ ਨੇ ਸਾਰਾ ਦਿਨ ਖੁਸ਼ਬੂ ਵੰਡਣੀ ਆ ਰੱਬੀ ਭਾਣੇ 'ਚ। ਰੱਬੀ ਹੁਕਮ ਦੇ ਵਿੱਚ ਉਹਨੇ ਮਕਰੰਦ ਰਸ ਸ਼ਹਿਦ ਦੀਆਂ ਮੱਖੀਆਂ ਨੂੰ ਦੇਣਾ। ਉਹਨੇ ਰੱਬੀ ਹੁਕਮ ਦੇ ਵਿੱਚ ਭੌਰੇ ਨੂੰ ਆਪਣੇ ਕੋਲੇ ਬੁਲਾਉਣਾ, ਉਹਦੀ ਭੌਰੇ ਨਾਲ ਮਿੱਤਰਤਾ।
तू फुल तोड़ के वो फुल नूं इत्थे सुੱਟ के ना ते थोड़े टाइम वास्ते अपने आप नूं खुशी विच लेके गया ते बहुते टाइम दी तू गमी खट के लै गया। ताइयों कहागा दोए भा चढ़िया होर, इत्थे सानू मना कर दिता। पर ये साडे संसार दी रीत आ, पुजारी दी काढ़ आ, इन्हां नूं डराओ, धमकाओ, रौला पाओ ते लुटो। साडे इउं कह लो अपनी मत करके, गुरु दी मत नहीं, अपनी मत होण करके असीं कह दिंदे भी साडे वस दी गल नहीं है। जदों साडा नाता गुरु नाल जुड़ गया ना, उदों नहीं असीं कहांगे भी साडे वस दी गल नहीं है। उदों असीं कहांगे भी जिथों तक कोशिश आ मैं बोलूँगा सच ते झूठ दा मुकाबला चलूगा भाई। मैं नहीं कहांगा भी मेरे कोई वस विच नहीं है। कोशिश जारी आ, अगे की हुंदा ओ वाहिगुरू ने बख्शिश करनी आ। कोशिश किहड़ी भी नहीं सानू मना कर दिता भी असीं गुरु अगे कुदरत वल्लों बख्शिश कीते हुए फुल भेट नहीं कर सकते, ये गुरु ने सानू कह दिता। हुण इस गल नूं आपां पल्ले बन लिओ। चलो इस गल ते साडा सारिआं दा मत आ भी इहदे च की इतराज आ जी, कोई गल नहीं, वधिया खुशबू आउंदी आ। गुरु साहब कहंदे थोड़े टाइम दे लई खुशबू दरबार विच लिआउण वालिआ उहने बहुत लम्मा टाइम अपने मूल नाल जुड़ के खुशबू वंडणी सी। सानू जवाब दिता पाती तोरै मालणी, पाती पाती जियो, जिस पाहन को पाती तोरै सो पाहन निर्जीव। हुण गुरु ने हवाला दे दिता। ये गुरु ने आपां अपने थां दी गल कर ली, आ थां दी गल कर ली भी इत्थे भी आपां चढ़ाउणे नहीं। ते गल उत्थे गुरु साहब ने उत्थे गल किहनूं समझाई सी भी मेरे पुੱਤ नूं तां समझाउण दी लोड़ ही नहीं, ये तां सियाणा बहुत हैगा। उत्थे गल कही सी पत्थर दी मूर्ति कोले जाण वाले नूं। जे अज गुरु नानक साहब इत्थे भगत कबीर वर्गे हुंदे ना, वो सानू कहिंदे अज उन्हां ने सानू उपदेश देना सी भी बाकियां नूं तां आपां बाद च गल करांगे, पहिलां तुहानूं समझाइए, आओ इकट्ठे होवो। हुण इत्थे की आ, उन्हां ने अपने ते अपने दरबार दी गल नहीं कीती, उन्हां ने गुआंढियां दी गल कर लई भी आओ देख ला मैं देख दांगा लोक आउंदे ने फुल, पहिलां तां माली तोड़ के लिआउंदे फुल बागां चों, फिर बेचते ने बहुत बड़े पद्धर ते व्यापार। सो बुरा ना मनाओ, पिछे जे साडा भी एक कोई समागम सी, बस संखेप ही इशारा, जिहदे विच करोड़ां दे फुल बाहरले देशां तो मंगवा के दिन मनाया गया सी। की करोड़ रुपया लोड़वंद परिवारां दे बच्चों ते नहीं लग सकदा? कि वो करोड़ां रुपया मरीजां ते नहीं लग सकदा? कि वो करोड़ां रुपया किसी भले दे कम्मां ते नहीं लगदा? गुरद्वारिआं विच गुरमत दीआं क्लासां चंगे प्रचारक नहीं भेज सकदे? हाँ, सच्ची गल मैं होर कहूँगा, प्रचारक बहुत ने, ढाडी बहुत ने, कविशर बहुत ने, पर माफ करना हुण लीडरां दे मूहरे गाउंदे फिरदे। देख लो अज दी स्थिति आ, गुरु घरां दे प्रचारक, गुरु घरां दे ढाडी, गुरु घरां दे रागी, हरमंदर साहब दे रागी लीडरां दे अगे लीडरां दीआं वोटां पक्कीआं करदे जरूर फिरदे पिंडां 'च। पर कदों सानू समझ आऊगी, कदों असीं जागांगे, कदों असीं अंदरों जागांगे? बाहरों तां साडे कोले बहुत कुछ आ, ਉਹਦੇ ਤੇ कोई ना कोई विषय वरत्या जरूर जाता है जी। आ फलानी शताब्दी मना रहे हैं, फलाना कुछ असीं कर रहे हैं, ढिमका कर रहे हैं, करी जाओ, सानू की मतलब? चलो कहण तो भाव फिर कई बार कहना पैंदा भी चलो जो कर रहे हैं ठीक आ, पर कर किते रहे हैं? जो सानू ना पसंद लोग ने उन्हां लई कर रहे ने, संगत लई नहीं कर रहे भी तुहानू असीं की समझाउणा ते गुरु कहिंदा की आ। ये नहीं मैसेज विचों होर देना भी आ जिहदे नाल फिरदे ने तां बाहले चंगे ने, सोनू भुलेखा पै गया भी गंदे ने ये। हुण देखो किवें दुरवरतों हो रही है। आपां लड़दे हां भी गुरु दी फलाने थां बेअदबी हो गई, फलाने थां बेअदबी हो गई, बेअदबी तां खुद असीं कर रहे हां। इहदी गौर करके देखो, गुरु दे शब्द दी, गुरु दे इतिहास दी, गुरु दे साजां दी, जिहड़ा मरदाने दी रवाब ना, तुसीं सुणिआगा गुरु नानक साहब दा जीवन मरदाने दे नाल ना भाई फरंदे ने वचन कीता सीगा। मेरे हुण मौके ते चलो ध्यान च आ गया, आपां साझा कर लईए। ਇਹਦਾ ਮੁੱਲ ਰਬਾਬ ਦਾ ਤੂੰ ਦੇ ਨਹੀਂ ਸਕਦਾ, ਕਿੰਨਾ ਮੁੱਲ ਆਗਾ। ਚਲੋ ਮੁੱਲ ਤੈਅ ਜਦੋਂ ਹੋਇਆ ਨਾ, ਕੀ ਮੁੱਲ ਤੈਅ ਹੋਇਆ ਸੀਗਾ? ਇਹ ਰਬਾਬ ਲੈ ਜਾ, ਪਰ ਇਹ ਰਬਾਬ ਕੇਵਲ ਗੁਰੂ ਨਾਨਕ ਸਾਹਿਬ ਦੇ ਸਨਮੁਖ ਵੱਜਣੀ ਚਾਹੀਦੀ ਆ। ਇਹ ਰਬਾਬ ਨਾ ਕਿਸੇ ਰਾਜੇ ਮਹਾਰਾਜੇ ਦੇ ਦਰਬਾਰ 'ਚ ਨਹੀਂ ਵੱਜਣੀ ਚਾਹੀਦੀ।
नत्थे ते अब्दुल्ले ढाडी ने रबाब वाहिगुरू सारंगी ढड छेवें पातशाह तख्त ते बजाई आ तख्त ते बजाई आ तख्त ते बजाई आ छेवें पातशाह तख्त ते हरमंदर साहब दे विच। पर चेता रखियो अज ओ ढड अज ओ रबाब अज ओ सरंगी कित्थे वजदी आ। बस मैनू माफ करना मौके दे दो लफ्ज ये ध्यान च आ गए। अज दा दुखांत है दर्द आगा ते गुरु ने की कहा सी ना अपनी गल चलदी सी भी जे उदों आ हालात हुंदे ना मैं पहलां आपदिआं नूं समझाउंदा पर मैनू यकीन सी भी मेरिआं नूं समझाउण दी लोड़ नहीं है। मैनू यकीन सी विश्वास सी भी इन्हां नूं समझाउण दी लोड़ नहीं। मैं तां गुआंढीआं नूं कहा सी भाई देखो तुसीं किवें फुल्लां दा बिजनेस कर रहे हो फुੱਲ बाग चों माली तोड़ के लिआउंदा गा उहन तां बेचारे ने अपना काम करना गा जिवें मर्जी करे कोई गल नहीं। जिस चीज़ की गाहकी होगी गाहक दे आधार ते दुकानां तां खुल्लणियां जायज़ ने वो तो जायज़ ना खुल्लणगियां कोई शक नहीं इहदे च। पर असीं की कीता फुੱਲ खरीदे फुੱਲ तोड़े मंदिर विच मूर्ति अगे ले जाने शुरू कर दिते। फिर गुरु साहब बोले उत्थे पाती तोरै मालनी पाती पाती जियो जिस पाहन को पाती तोरै सो पाहन नरजियो। पाहन मीनज पत्थर पत्थर दी मूर्ति जिस पत्थर दी मूर्ति नूं तू फुੱਲ चढ़ा रहा ना वो मूर्ति मरी हुई आ ते जिहड़े फुੱਲ चढ़ा रहा पैरां विच सुट रहांगा वो फुੱਲ जिउंदे ने। उन्हां फुੱਲਾਂ ਦੇ ਵਿੱਚ कुछ वसिया विया उन्हां फुੱਲਾਂ ਦੇ ਵਿੱਚ कुछ समाया विया। सुगंधी कित्थों आई आ वाहिगुरू ने दित्ती आ। ਉਹ फुੱਲਾਂ ਦੇ ਵਿੱਚ ताकत आ। ਉਹ फुੱਲ ਜਦੋਂ ਸੁੱਕ गए ना अपने मूल नाल जुड़े होण करके उन्हां ने अपने वर्गे होर भरा पैदा करके जाने ने। इत्थे आके कच्चे फुੱਲ तोड़ के लिया के सुੱਟਦੇ ना इत्थे आके उन्हां दा कुछ नहीं बनना मले जाणगे रूड़ी ते चले जाणगे। पर उत्थे रहिंदे अपने मूल नाल उन्हां ने किर के किरण तो बाद उन्हां ने धरती विच मिक्स होके अपने वर्गे होर भरा पैदा करके सानू होर सुगंधी वाले बूटे दे के आप चले जाने से अपना आपा गवा लेना सी। उत्थे उन्हां ने बहुत काम सवारने सी जिउंदे फुੱਲਾਂ ने पर मरी हुई मूरत नूं फुੱਲ चढ़ाउण वालिया अकल नूं हथ मार। ते साडा विशा की सी कहंदे जी ओ सुच्चे ने चलो दुध भी चढ़ाओ सारा तुसीं जान देओगे। दूध अवश्य है थनों बटारो फूल भावर जल मीन वगारियो सारियां गल्लां कहदियां भगत रविदास ने इक्के तुख च भी फुੱਲ आ जिहड़ा वो तां भवरे ने फुੱਲ दे उपर गंदगी भी खिलारी है मल मूत्र भी कीता जिहड़े फुੱਲ नूं तूं कहना सुच्चा ताइयों मैं मंदिर च लैके आया ताइयों मैं गुरुद्वारा साहब लैके आएगा वो तां पहलां झूठा होया पा मल मूत्र नाल लिबड़िया होया कित्थों लैके आएगा सुच्चा पख। कहण तो भाव गुरु नानक साहब जी ने सानू अज दे इस उपदेश विच ये बख्शिश कीती आ। कहंदे काया कोमल फुੱਲ गुण काया बड़ी कोमल बूटा गा इनू गुणां दा फुੱਲ ला काया कोमल फुੱਲ गुण। अगे क्या नानक गोपस गोपस तो भाव गोंदल है परोल है। फिर की आ माल फिर माला बना ला ते वो माला तो तू कम लैणागा। वो माला किहड़ी बनाउणी आ हर हर अखर दोए ये माला कबीर मेरी सिमरनी रसना उपर नाम। वो माला नहीं जिस माला नूं विखा के लुट्टिया जांदा वो माला सत्कारयोग आ जिहड़ी माला सानू रब नाल सानू गुरु नाल जोड़ जावे वो चाहे कासे दी आ सत्कारयोग आ गई। पर इत्थे वो माला नहीं जिस माला नूं पहन के सानू लुट्टिया जांदा गा वो साडे बाबिਆਂ ने बहुत पहनणीਆਂ। कदे वो बनारस विच पहनियां जांदियां सी ताइयों नखेदी कीती है गुरु ने गली जिन्हां जप मालियां लोटे हथ नवग हर के संत नाखीए बनारस के ठग ताइयों उन्हां नूं कहा। एक पंक्ति दी विचार फिर अगे पातशाह जी कहंदे ने इन्नी फुੱਲੀ फिर करना की आ। हुण आपां इत्थों टप गए अगे अगली पौड़ी ते वागे। पहले तो गुरु साहब ने कहा फुੱਲਾਂ दी माला परोला गुणा रूपी फुੱਲ गोपस गोंदला उन्होंने अपने तन दे नाल अपने जीवन दे नाल गोंदला वध तो वध फुੱਲ जिन्ने भी तू पैदा कर सकदा अपने ये तन दे नाल गोंदला। इन्हां दी मैंबरी ना तेरे तन दे जिहड़ी दिमाग रूपी मैंबरी है जिथे फुੱਲਾਂ नूं गुंदिया जाणागा वो तागा वो सूई वो थां बाली वड्डी आ जिन्ने मर्जी फुੱਲ उत्थे रख ला जिन्ने मर्जी नहीं कोई ना कोई हद हुंदी आ सीमत
ਵੀ ਇਸ ਕੈਸਟ ਦੇ ਵਿੱਚ, ਇਸ CD ਤਵੇ ਦੇ ਵਿੱਚ, ਇਸ ਪੈਨ ਡਰਾਈਵ ਚਿੱਪ ਦੇ ਵਿੱਚ ਨਾ ਵੀ 10 GB 20 GB 15 16 18 ਇਦਾਂ ਕੁਛ ਨਾ ਕੁਛ ਮਾਲ ਇਹਦੇ ਵਿੱਚ ਟਿਕ ਸਕਦਾ। ਉਦੋਂ ਬਾਅਦ ਇਹ ਬੰਦ ਹੋ ਜੂ। ਕੰਪਿਊਟਰ ਦੀ ਵੀ ਕੋਈ GB ਆ 500 1000 ਇਦਾਂ ਹੈਗੀ ਹੈ ਨਾ, ਉਹਦੀ ਵੀ ਹੱਦ ਆ। ਪਰ ਬੰਦੇ ਦੇ ਦਿਮਾਗ ਦੀ ਜਿੰਨਾ ਮਰਜ਼ੀ ਨੂੰ ਭਰ ਲਾ, ਇਹਦੀ ਹੱਦ ਨਹੀਂ ਹੈ। ਪਰ ਭਰਿਆ ਸੀ ਕੁਛ ਨਹੀਂ ਇਹਦੇ 'ਚ, ਖਾਲੀ ਰੱਖਿਆ ਹੈਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਮਰਜ਼ੀ ਵੱਧ ਤੋਂ ਵੱਧ ਫੁੱਲ ਪਰੋਲਾ, ਗੁਣਾ ਰੂਪੀ ਫੁੱਲ। ਫਿਰ ਕਰਨਾ ਕੀ ਆ? ਕੇਵਲ ਗੁਰੂ ਨਾਨਕ ਸਾਹਿਬ ਕਹਿੰਦੇ ਫੁੱਲ ਇਕੱਠੇ ਕਰਕੇ ਨਾ ਰੱਖ ਨਾ ਲਈ। ਹੁਣ ਇਹ ਵੀ ਗੁਰੂ ਸਾਹਿਬ ਨੇ ਦੱਸ ਦਿੱਤਾ। ਮੰਨ ਲਓ ਸਾਡਾ ਆਪਣਾ ਵਿਸ਼ਾ, ਤੁਹਾਡਾ ਵੀ ਮੇਰਾ ਵੀ ਸਭ ਦਾ, ਜਿੰਨੇ ਪਿਰਦ ਗਿਰਦ ਗੁਰੂ ਸਾਹਿਬ ਦੇ ਬੈਠੇ ਆ, ਵੀ ਵੱਧ ਤੋਂ ਵੱਧ ਕਮਾਈ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ, ਪੈਸਾ ਇਕੱਠਾ ਕਰੋ। ਹੁਣ ਜਿਹੜੇ ਬੰਦੇ ਨੇ ਪੈਸਾ ਇਕੱਠਾ ਕੀਤਾ, ਵਰਤਿਆ ਨਹੀਂ, ਉਹਨੂੰ ਗੁਰੂ ਸਾਹਿਬ ਨੇ ਝਾੜ ਪਾਈ ਹੈ ਵੀ ਤੂੰ ਕੀਤਾ ਕੀ? ਇਹ ਸੂਮੈ ਧਨ ਰੱਖਣ ਕੋ ਦੀਆ, ਮੁਗਧ ਕਹਿ ਧਨ ਮੇਰਾ। ਉਹ ਕਹਿੰਦਾ ਮੈਂ ਮਾਲਕ ਹਾਂ। ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਤਾਂ ਚੌਂਕੀਦਾਰ ਆ, ਧਨ ਦੀ ਨਿਗਾਹ ਰੱਖ ਦਾਂਗਾ, ਕੋਈ ਚੱਕ ਕੇ ਨਾ ਲੈ ਜੇ। ਬਾਹਲਾ ਇਕੱਠਾ ਹੋ ਗਿਆ। ਕਿਹਾ ਕਿ ਇਹ ਸੂਮੈ ਧਨ ਰਾਖਣ ਕੋ ਦੀਆ, ਮੁਗਧ ਮੀਨਜ ਮੂਰਖ। ਗੁਰੂ ਸਾਹਿਬ ਨੇ ਧਨ ਇਕੱਠਾ ਕਰਨ ਦੇ ਲਈ ਕਿਹਾ। ਕਹਿਣ ਤੋਂ ਭਾਵ ਉਦੋਂ ਬਾਅਦ ਦੇਖ ਲਿਆ ਵੀ ਢੇਰ ਲਾ ਲਿਆ, ਹੁਣ ਉੱਤੇ ਕਬਜ਼ਾ ਕਰਕੇ ਬਹਿ ਗਿਆ। ਜੇ ਕਬਜ਼ਾ ਕਰਕੇ ਬਹਿ ਗਿਆ ਇਹ ਮੂਰਖਾ, ਤੇ ਜੇ ਉਹ ਧਨ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਫਿਰ ਤੂੰ ਸਿਆਣਾ। ਜ਼ਮੀਨ ਗੁਰੂ ਨਾਨਕ ਸਾਹਿਬ ਨੇ ਵੀ ਖਰੀਦੀ ਆ ਤਲਵੰਡੀ ਦੇ ਵਿੱਚ, ਪਿਓ ਦਾਦੇ ਦੀ ਜੱਦੀ ਜਾਇਦਾਦ ਆ। ਤੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਅਜਿੱਤੇ ਰੰਧਾਵੇ ਤੋਂ ਜ਼ਮੀਨ ਮੁੱਲ ਖਰੀਦੀ ਆ। ਤੇ ਜੇ ਹੁਣ ਆਪਾਂ ਕਹੀਏ ਵੀ ਤਾਂ ਲਾਲਚੀ ਹੋ ਗਿਆ, ਨਾ ਲਾਲਚੀ ਕੋਈ ਨਹੀਂ। ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਜਿੱਥੇ ਆਸਣ ਲਾਇਆ ਜ਼ਮੀਨ ਖਰੀਦੀ ਆ, ਮੁੱਲ ਖਰੀਦੀ ਆ। ਪਰ ਜੇ ਆਪਾਂ ਕਹੀਏ ਲਾਲਚ, ਨਾ ਲਾਲਚ ਕੋਈ ਨਹੀਂ, ਪਰ ਉਹ ਤੋਂ ਕੰਮ ਲੈਤਾ। ਇਹ ਤੋਂ ਆਪਾਂ ਕੰਮ ਲੈਣਾ ਭਾਈ। ਮਤਲਬ ਉਹ ਥਾਂ ਨੂੰ ਸੁਚੱਜੇ ਢੰਗ ਦੇ ਲਈ ਵਰਤਿਆ। ਗੁਰੂ ਸਾਹਿਬ ਕੋਲੇ ਮਾਇਆ ਆਈ, ਲੱਖਾਂ ਕਰੋੜਾਂ ਰੁਪਈਆ ਉਹਨਾਂ ਵਕਤਾਂ ਵਿੱਚ ਸੋਨਾ ਚਾਂਦੀ ਆਇਆ, ਪਰ ਵਰਤਿਆ, ਕੰਮ ਲੈਤਾ ਉਹ ਤੋਂ। ਇੱਥੇ ਗੁਰੂ ਸਾਹਿਬ ਨੇ ਸਾਨੂੰ ਤਰੀਕਾ ਕੀ ਦਿੱਤਾ, ਉਦਾਹਰਨ, ਵੀ ਆਪਾਂ ਜਿੰਨੀ ਕਮਾਈ ਕੀਤੀ ਆ ਉਹਨੂੰ ਜ਼ਿੰਦਗੀ 'ਚ ਆਪਣੇ ਤੇ ਆਪਣੇ ਪਰਿਵਾਰ ਲਈ ਤੇ ਆਪਣੇ ਪਰਿਵਾਰ ਤੋਂ ਅੱਗੇ ਤੇਰੇ ਕੋਲੇ ਗੁਰੂ ਬਾਦਸ਼ਾਹ ਨੇ ਬਹੁਤਾ ਕੁਝ ਦਿੱਤਾ ਨਾ, ਤਾਂ ਹੋਰ ਭਲੇ ਦੇ ਕਾਰਜਾਂ ਲਈ ਵਰਤ ਲਾ। ਵਰਤਣ ਦਾ ਢੰਗ ਦੇਤਾ। ਹੁਣ ਇਹ ਤਾਂ ਆਪਾਂ ਦੁਨਿਆਵੀ ਉਦਾਹਰਨ ਲੈਤੀ ਹੈ। ਹੁਣ ਗੱਲ ਆ ਗਈ ਇਸ ਬੰਨੇ ਜਿੱਥੇ ਆਪਾਂ ਆਏ ਆ। ਗੁਰੂ ਸਾਹਿਬ ਕਹਿੰਦੇ ਗੁਣ ਇਕੱਠੇ ਕਰ ਲਏ, ਪਹਿਲਾਂ ਤਾਂ ਆਪਾਂ ਕੀਤੇ ਨਹੀਂ ਸੀਗੇ। ਚਲੋ ਹੁਣ ਅਸੀਂ ਗੁਰੂ ਕੋਲੇ ਆਉਣੇ ਆ, ਗੁਰੂ ਦੀ ਬਾਣੀ ਪੜ੍ਹਦੇ ਆ, ਗੁਰੂ ਨੂੰ ਪੁੱਛ ਕੇ, ਗੁਰੂ ਦੇ ਨਾਲ ਮਿਲ ਕੇ ਗੱਲ ਕਰਕੇ ਗੁਣਾ ਰੂਪੀ ਫੁੱਲ ਬਹੁਤ ਇਕੱਠੇ ਕਰ ਲਏ ਆਪਾਂ। ਇਕੱਠੇ ਕਰਨ ਤੋਂ ਬਾਅਦ ਜੇ ਤਾਂ ਤੂੰ ਕਰ ਲਿਆ ਕਬਜ਼ਾ, ਫਿਰ ਕੀ ਆ? ਫਿਰ ਤਾਂ ਗੁਣਾਂ ਦਾ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ, ਕੋਈ ਵੀ ਫਾਇਦਾ ਨਹੀਂ ਜੇ ਕਬਜ਼ਾ ਕਰ ਲਿਆ। ਜੇ ਇਹਨਾਂ ਗੁਣਾਂ ਨੂੰ ਦਿਮਾਗ ਵਿੱਚੋਂ ਚੱਕ ਕੇ ਵਰਤਣਾ ਸ਼ੁਰੂ ਕਰ ਦਿੱਤਾ, ਫਿਰ ਤੇਰੇ ਨਾਲ ਦਾ ਬੰਦਾ ਕੋਈ ਦੁਨੀਆ 'ਚ। ਗੱਲਾਂ ਦੋ ਕਹਿੰਦੀਆਂ ਇੱਥੇ। ਵਰਤ ਲੇਗਾ ਇਕੱਠੇ, ਪਹਿਲਾਂ ਤਾਂ ਇਕੱਠੇ ਕਰਨ ਦਾ ਤਰੀਕਾ ਦੱਸੋ। ਇਕੱਠੇ ਕਰ ਭਾਈ, ਇਕੱਠੇ ਕਰ ਲਏ, ਹੁਣ ਵਰਤਣੇ ਸ਼ੁਰੂ ਕਰਦੇ। ਵਰਤਣੇ ਸ਼ੁਰੂ ਕਰਦੇ ਤੇਰੇ ਨਾਲ ਦਾ ਵਿਅਕਤੀ ਨਹੀਂ ਕੋਈ ਦੁਨੀਆ ਦੇ ਵਿੱਚ ਹੈ, ਤੂੰ ਇੱਕ ਵਿਸ਼ੇਸ਼ ਬਣ ਜਾਏਗਾ। ਉਹ ਵਿਸ਼ੇਸ਼ ਕਿੱਥੇ ਨਾਂ ਦਿੱਤਾ ਸਾਨੂੰ? ਆਨੰਦਪੁਰ ਸਾਹਿਬ ਦੀ ਧਰਤੀ ਤੇ, ਕੇਸਗੜ੍ਹ ਅਕਾਲ ਤਖਤ ਸਾਹਿਬ ਦੇ ਉੱਤੇ। ਉਹ ਨਾਂ ਕਿਹੜਾ ਦਿੱਤਾ ਗਾ? ਖਾਲਸਾ। ਵਿਸ਼ੇਸ਼ ਨਾਂ ਕਿਹੜਾ ਦਿੱਤਾ ਗੁਰੂ ਨਾਨਕ ਸਾਹਿਬ ਨੇ? ਨਿਰਮਲ। ਨਿਰਮਲ ਤੋਂ ਭਾਵ ਵੱਖਰਾ, ਨਿਰਾਲਾ, ਜਿਹਨੂੰ ਪਾ ਕੋਈ ਨਹੀਂ, ਦਾਗ ਕੋਈ ਨਹੀਂ। ਹੁਣ ਇਕੱਠਾ ਬਹੁਤ ਕੁਛ ਹੋ ਗਿਆ, ਵਿਸ਼ੇਸ਼ ਨਾਂ ਮਿਲ ਗਿਆ। ਜੇ ਤੂੰ ਉਹਨਾਂ ਗੁਣਾਂ ਨੂੰ ਵਰਤ ਲਿਆ, ਜੇ ਨਹੀਂ ਵਰਤਿਆ ਫਿਰ ਮੂਰਖਾ। ਹੁਣ ਗੁਣਾਂ ਰੂਪੀ ਫੁੱਲ ਇਕੱਠੇ ਹੋ ਗਏ ਤੇ ਇਹਨਾਂ ਨੂੰ ਰੱਖਣਾ ਨਹੀਂ ਹੈ। ਰੱਖਣ ਤੋਂ ਭਾਵ ਪਤਾ ਕੀ ਹੁੰਦਾ? ਵੀ ਜੇ ਮੈਂ ਇਹ ਗੁਣ ਕਿਸੇ ਨੂੰ ਦੱਸਤਾ ਤੇ ਕਿਤੇ ਮੈਥੋਂ ਉਹ ਅੱਗੇ ਨਾ ਲੰਘ ਜੇ। ਇਹੀ ਤਰੀਕਾ ਨਾ, ਵੀ ਜੇ ਮੈਂ ਕਿਸੇ ਨੂੰ ਆਹ ਗੁਣ ਦੇਤਾ ਨਾ, ਵੀ ਕਿਤੇ ਮੇਰੀ ਮਾਰਕੀਟ ਨਾ ਘਟ ਜੇ। ਉਦਾਹਰਨ, ਵੀ ਜੇ ਮੈਂ ਕਿਸੇ ਨੂੰ ਪਾਠ ਸਿਖਾਤਾ ਨਾ, ਵੀ ਕਿਤੇ ਆਪ ਹੀ ਨਾ ਪਾਠ ਕਰਨ ਲੱਗ ਜਾਣਾ, ਮੈਨੂੰ ਤਾਂ ਕਿਸੇ ਨੂੰ ਪੁੱਛਣਾ ਹੀ ਨਹੀਂਗਾ। ਜੇ ਮੈਂ ਕਿਸੇ ਨੂੰ ਮਿਸਤਰੀ ਬਣਾਤਾ ਨਾ, ਫਿਰ ਮੇਰੀ ਤਾਂ ਕਦਰ ਘਟ ਜੂ ਨਾ, ਉਹੀ ਮੂਹਰੇ ਲੰਘ ਜਾਊਗਾ। ਜੇ ਮੈਂ ਕਿਸੇ ਨੂੰ ਆਹ ਗੁਣ ਦੇ ਦਿੱਤਾ ਤੇ ਕੱਲ ਨੂੰ ਮੇਰੀ ਨਾ ਕਦਰ ਘਟ ਜੇ। ਸੱਸ ਤੇ ਨੂੰਹ ਦੀ ਲੜਾਈ, ਸੱਸ ਕਹਿੰਦੀ ਗੁਣ ਤਾਂ ਮੇਰੇ ਕੋਲੇ ਬਹੁਤ ਆ, ਪਰ ਤੈਨੂੰ ਦੇਣਾ ਇੱਕ ਨਹੀਂ। ਕਿਉਂ? ਜੇ ਮੈਂ ਤੈਨੂੰ ਗੁਣ ਦੇ ਦਿੱਤੇ ਨਾ, ਮੇਰੀ ਤਾਂ ਕਦਰ ਘਟ ਜੂ ਨਾ। ਬੰਦੇ ਅੰਦਰ ਭੁਲੇਖਾ ਪੈ ਗਿਆ।
ਹੁਣ ਗੁਰੂ ਸਾਹਿਬ ਕਹਿੰਦੇ ਨਾ ਇਹ ਕੰਮ ਨਾ ਕਰ, ਦੇਖ ਤੂੰ ਕਬਜ਼ਾ ਨਾ ਕਰ। ਕਬਜ਼ੇ ਤੋਂ ਭਾਵ ਆਪਣੇ ਦਿਮਾਗ ਨੂੰ ਜਿੰਦਾ ਨਾ ਲਾ। ਤੇ ਜਿੰਦਾ ਕਿੱਥੇ ਲੱਗਦਾ? ਜਿੱਥੇ ਕਿਸੇ ਨੂੰ ਕੁਝ ਦੇਣ ਦੀ ਭਾਵਨਾ ਨਾ ਹੋਵੇ। ਅੱਜ ਤੱਕ ਹਰਮੰਦਰ ਸਾਹਿਬ ਨੂੰ ਜਿੰਦਾ ਨਹੀਂ ਲੱਗਿਆ। ਕਿਉਂ? ਇਸ਼ਾਰਾ ਕੀ ਆ? ਇਸ਼ਾਰਾ ਇਹ ਆ ਵੀ 24 ਘੰਟੇ ਇੱਥੋਂ ਸ਼ਬਦ ਵਰਤੀਦਾ ਤੇ ਜਦੋਂ ਮਰਜ਼ੀ ਆ ਕੇ ਲੈ ਜਾਓ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਨੂੰ ਜਿੰਦਾ ਨਹੀਂ ਲੱਗਿਆ। ਜਿੱਥੇ ਸ਼ਬਦ ਵਰਤਦਾ ਉੱਥੇ ਵੀ ਜਿੰਦਾ ਨਹੀਂ, ਜਿੱਥੇ ਭੋਜਨ ਵਰਤਦਾ ਉੱਥੇ ਵੀ ਜਿੰਦਾ ਨਹੀਂ। ਮਤਲਬ ਜਿੱਥੇ ਤਾਂ ਜਿੰਦ ਦੀ ਖੁਰਾਕ ਆ ਗੁਣ, ਉੱਥੇ ਵੀ ਲੋਕ ਨਹੀਂ ਹੈ। ਤੇ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਰੀਰ ਦੀ ਖੁਰਾਕ ਰੱਖੀ ਹੈ, ਲੰਗਰ ਨੂੰ ਜਿੰਦਾ ਉੱਥੇ ਵੀ ਲਾਇਆ। ਦੋਨੇ ਪੱਖ ਸਮਝਾਤੇ। ਇਵੇਂ ਜਿਵੇਂ ਗੁਰੂ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਆਪਣੇ ਦਿਮਾਗ ਨੂੰ ਜਿੰਦਾ ਵੀ ਨਹੀਂ ਲਾਇਆ। ਗੁਣ ਜਿੰਨੇ ਸੀ ਗੁਰੂ ਨਾਨਕ ਸਾਹਿਬ ਨੇ ਸਾਰੇ ਵੰਡੇ ਨੇ। ਇਹ ਨਹੀਂ ਕਿਹਾ ਵੀ ਜੇ ਮੈਂ ਆਹ ਗੁਣ ਕਿਸੇ ਨੂੰ ਦੇਤਾ ਤੇ ਮੇਰਾ ਕੀ ਬਣੂਗਾ। ਹੁਣ ਸਾਡੇ ਸੰਸਾਰ ਦੇ ਵਿੱਚ ਨਾ ਹੁਣ ਆਹ ਕਿਸਮ ਦੇ ਲੋਕ ਬਹੁਤ ਨੇ ਜਿਹੜੇ ਕਹਿੰਦੇ ਨੇ ਗੁਣ ਤਾਂ ਮੇਰੇ ਕੋਲੇ ਹੈ ਪਰ ਮੈਂ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਨੀ। ਬੰਦਾ ਆਪਣੇ ਰੰਗੜਾਊ ਚ ਰਹਿਣ ਲੱਗ ਜਾਂਦਾ। ਸਮਝ ਗਏ ਨਾ? ਰੰਗੜਾਊ ਚ ਕਿਉਂ ਰਹਿੰਦਾ? ਮੇਰੇ ਕੋਲੇ ਗੁਣ ਆ, ਇਹਦੇ ਕੋਲੇ ਗੁਣ। ਮੇਰੇ ਕੋਲੇ ਪੱਗ ਬੰਨਣ ਦਾ ਗੁਣ, ਇਹਦੇ ਕੋਲੇ ਹੈ ਹੀ ਨਹੀਂਗਾ। ਫਾਇਦਾ ਕੀ ਸੀ? ਗੱਲ 'ਚ ਦਮ ਕਿਹੜੀ ਸੀ? ਤੂੰ ਹੋਰਾਂ ਨੂੰ ਸਿਖਾ ਜਿਹੜਾ ਵੀ ਗੁਣ ਹੈ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਇੰਨੀ ਫੁੱਲੀ, ਇੱਥੇ ਫੁੱਲ ਤੋਂ ਭਾਵ ਗੁਣ, ਇੰਨੀ ਫੁੱਲੀ ਰੌ ਕਰੇ, ਇਹਨਾਂ ਨੂੰ ਵਰਤ ਲਾ। ਰੌ ਤੋਂ ਭਾਵ ਧਿਆਨ ਦੇ, ਰੌ ਤੋਂ ਭਾਵ ਧਿਆਨ ਮਾਰ, ਧਿਆਨ ਦੇ। ਇੰਨੀ ਫੁੱਲੀ ਰੌ ਕਰੇ, ਫਿਰ ਕੀ ਆ? ਅਬਰ ਕੇ ਚੁਣੀਐ ਡਾਲ। ਕਿਤੇ ਨਾ ਹੋਵੇ ਡਾਣੀਆਂ ਤੇ ਨਾ ਚੁਣ ਚੁਣ ਕੇ ਫੁੱਲ ਰੱਖੀ ਲਵੇਂ। ਆਪਣੇ ਤਨ ਨਾਲ ਗੁਣ ਚਿਮੇੜ ਕੇ ਰੱਖੀ ਲਵੇਂ ਨਾ। ਇਹ ਗੁਣਾਂ ਨੂੰ ਇਕੱਠੇ ਕਰ, ਇਕੱਠੇ ਕਰਨ ਤੋਂ ਬਾਅਦ ਰੱਖਣਾ, ਇਹਨਾਂ ਨੂੰ ਵਰਤਣਾ ਹੀ ਸਭ ਤੋਂ ਵੱਡੀ ਗੱਲ ਆ। ਜੇ ਗੁਲਾਬ ਦਾ ਫੁੱਲ ਨਾ ਸੁਗੰਧੀ ਤਾਂ ਵਾਹਿਗੁਰੂ ਨੇ ਦੇਤੀ, ਮੂਲ ਨਾਲ ਪਾਣੀ ਨਾਲ ਮਿੱਟੀ ਨਾਲ ਜੁੜਿਆ, ਰਸਤਾ ਭਰ ਗਿਆ। ਰਸ ਭਰਨ ਤੋਂ ਬਾਅਦ ਤੇ ਗੁਲਾਬ ਦਾ ਫੁੱਲ ਵਿਚਰ ਜੇ ਵੀ ਨਾ ਮੈਂ ਨਹੀਂ ਗੁਣ ਦਿੰਦਾ ਕਿਸੇ ਨੂੰ, ਇਹ ਜਿਹੜਾ ਮੇਰੇ ਚ ਆ, ਫਿਰ ਉਹਦੀ ਕਦਰ ਕੋਈ ਨਹੀਂ। ਉਹਦੀ ਕਦਰ ਹੀ ਗੁਣ ਖਿਲਾ ਰਿਹਾ, ਖੁਸ਼ਬੂ ਖਿਲਾ ਰਿਹਾ, ਉਹਦੀ ਕਦਰ ਹੀ ਇਸ ਗੱਲ 'ਚ ਆ। ਅਮਰੂਦਾਂ ਦੇ ਪੇੜ ਦੀ ਨਾ ਕਦਰ ਹੀ ਇਸ ਗੱਲ 'ਚ ਆ। ਉਹਨੇ ਜੋ ਮਿੱਟੀ ਪਾਣੀ ਆਕਾਸ਼ ਹਵਾ ਤੋਂ ਪੈਦਾ ਕੀਤਾ, ਫੁੱਲ ਤੋਂ ਫਲ ਬਣਾਇਆ, ਉਹ ਫਲ ਮਿੱਠਾ ਸਾਨੂੰ ਦੇ ਦਿੱਤਾ। ਤਾਈਓ ਅਸੀਂ ਸਲਾਮ ਕਰਦੇ ਹਾਂ ਵੀ ਆਹ ਬੂਟਾ ਬਹੁਤ ਚੰਗਾ ਹੈਗਾ, ਬੜਾ ਵਧੀਆ ਹੈਗਾ, ਸਾਨੂੰ ਮਿੱਠੇ ਫਲ ਦਿੰਦਾ ਹੈਗਾ। ਕਦਰ ਹੀ ਵੰਡਣ ਵਿੱਚ ਆ, ਕਦਰ ਰੱਖਣ ਵਿੱਚ ਨਹੀਂ ਹੈ। ਇੱਥੇ ਗੁਰੂ ਸਾਹਿਬ ਨੇ ਸਾਨੂੰ ਸਮਝਾਤਾ ਗੁਣ ਇਕੱਠੇ ਕਰ, ਉਸ ਤੋਂ ਬਾਅਦ ਉਹਨਾਂ ਨੂੰ ਇਕੱਠੇ ਕਰਕੇ ਰੱਖਣਾ ਨਹੀਂ। ਇੰਨੀ ਫੁੱਲੀ ਰੌ ਕਰੇ, ਰੌ ਤੋਂ ਭਾਵ ਧਿਆਨ ਦੇ, ਇਹਨਾਂ ਨੂੰ ਵੰਡ, ਰੌ ਕਰੇ। ਫਿਰ ਅੱਗੇ ਅਵਰ ਕੇ ਚੁਣੀਆਂ ਡਾਲ, ਕਿਤੇ ਚੁਣ ਚੁਣ ਕੇ ਨਾ ਆਪਣੇ ਤਨ ਨਾਲ ਚਿਮੜ ਕੇ ਨਾ ਰੱਖ ਲਈ। ਫਿਰ ਅੱਗੇ ਜਾ ਕੇ ਕੀ ਹੋਊਗਾ? ਚਲੋ ਮੇਰੀ ਕੋਸ਼ਿਸ਼ ਆ ਵੀ ਸਟੈਪ ਵਾਈਜ਼ ਆਪਾਂ ਅੱਗੇ ਅੱਗੇ ਚੱਲਦੇ ਜਾਈਏ। ਪਹਿਲਾਂ ਪੌੜੀ ਵਾਈਜ਼ ਅੱਗੇ ਅੱਗੇ ਚੜ੍ਹਦੇ ਜਾਈਏ। ਇੱਕ ਪੌੜੀ, ਦੋ, ਤੀਜੀ, ਚੌਥੀ। ਹੁਣ ਆਪਾਂ ਤੀਜੀ ਪੰਕਤੀ ਤੇ ਪਹੁੰਚ ਗਏ। ਪਹਿਲੀ ਤੇ ਕਿਹਾ ਵੀ ਗੁਣ ਇਕੱਠੇ ਕਰ, ਵਾਹਿਗੁਰੂ ਗੁਣ ਲਾ। ਜਿੰਨੇ ਵੀ ਖਿੰਡੇ ਹੋਏ ਨੇ ਇਹਨਾਂ ਨੂੰ ਤੂੰ ਇਕੱਤਰ ਕਰ। ਇਕੱਤਰ ਹੋ ਗਏ, ਇਹਨਾਂ ਤੇ ਧਿਆਨ ਦੇ, ਇਹਨਾਂ ਨੂੰ ਵੰਡ। ਉਦੋਂ ਬਾਅਦ ਕੀ ਹੋਊਗਾ? ਵੰਡਣ ਤੋਂ ਬਾਅਦ ਸਾਨੂੰ ਕੀ ਮੁਨਾਫਾ, ਸਾਨੂੰ ਕੀ ਲਾਭ ਹੈ? ਇੱਥੇ ਦੂਜੇ ਪਾਤਸ਼ਾਹ ਬੋਲਦੇ ਨੇ। ਹੁਣ ਦੂਜੇ ਪਾਤਸ਼ਾਹ ਕਹਿੰਦੇ ਨੇ ਨਾਨਕ ਤਿੰਨਾ ਬਸੰਤ ਹੈ, ਨਾਨਕ ਤਿੰਨਾ ਬਸੰਤ ਹੈ। ਕਹਿੰਦੇ ਫਿਰ ਤੇਰੇ ਜੀਵਨ 'ਚ ਨਾ ਸਾਡੇ ਸਰੀਰ ਦੇ ਨਾਲ, ਸਾਡੀ ਆਤਮਾ ਦੇ ਨਾਲ ਸੰਬੰਧਿਤ ਆਹ ਗੁਣ ਆਜੂ। ਅਗਲਾ ਗੁਣ ਕਿਹੜਾ ਗਾ? ਜਦੋਂ ਫੁੱਲ ਖਿੜਦੇ ਹੋਣ, ਨਾ ਠੰਡ ਆ ਨਾ ਗਰਮੀ ਆ, ਜਿਵੇਂ ਅੱਜ ਕੱਲ ਦਾ ਮੌਸਮ ਆ। ਤੇ ਇਸ ਰੁੱਤ ਨੂੰ ਆਪਾਂ ਕਹਿੰਦੇ ਬਸੰਤ ਰੁੱਤ। ਬਸੰਤ ਰੁੱਤ ਜਾਂ ਬਸੰਤ ਪੰਚਮੀ ਮਨਾਉਣ ਦੇ ਵੱਖੋ ਵੱਖਰੇ ਤਰੀਕੇ ਨੇ। ਮੈਂ ਉਧਰ ਬਹੁਤਾ ਨਹੀਂ ਜਾਣਾ, ਇੱਕ ਇਸ਼ਾਰਾ ਹੀ ਆ। ਮਨਮੱਤੀ ਦਿਨ ਮਨਾਉਣ ਦੇ ਵੱਖੋ ਵੱਖਰੇ ਤਰੀਕੇ ਨੇ, ਪਰ ਅਸਲੀਅਤ ਅਪਣਾਈ ਨਹੀਂ। ਗੁਰੂ ਨਾਨਕ ਸਾਹਿਬ ਨੇ ਇੱਕ ਸਪੈਸ਼ਲ ਬਸੰਤ ਰਾਗ ਦੇ ਵਿੱਚ ਆਪਣੀ ਗੁਰਬਾਣੀ ਉਚਾਰਨ ਕੀਤੀ ਆ। ਉਹ ਬਸੰਤ ਰਾਗ ਹਰਮੰਦਰ ਸਾਹਿਬ ਦੇ ਵਿੱਚ ਰੋਜ਼ਾਨਾ ਪੜ੍ਹਿਆ ਜਾਂਦਾ, ਬਸੰਤ ਰੁੱਤ ਦੇ ਸੰਬੰਧੀ।
ਗਿਆਨ ਤਾਂ ਗੁਰੂ ਨੇ ਬਹੁਤ ਦਿੱਤਾ ਨਾ। ਹਰਮੰਦਰ ਸਾਹਿਬ ਸਾਨੂੰ ਕੇਂਦਰੀ ਘਰ ਕਿੱਡਾ ਵੱਡਾ ਦਿੱਤਾ, ਜਿੱਥੇ ਸ਼ੁਰੂਆਤ ਹੁੰਦੀ ਆ ਹਰ ਕੰਮ ਦੀ। ਪਰ ਉਹ ਅੱਜ ਦੇ ਦੌਰਾਨ ਕਿਹੋ ਜਿਹੀ ਸ਼ੁਰੂਆਤ ਹੁੰਦੀ ਆ, ਉਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਲਈ। ਚਲੋ ਬਹੁਤਾ ਆਪਾਂ ਉੱਧਰ ਨਹੀਂ ਜਾਣਾ, ਬਸ ਕਾਫੀ ਇੰਨਾ ਹੀ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਫਿਰ ਨਾਨਕ ਤਿੰਨਾ ਬਸੰਤ ਹੈ। ਕਹਿੰਦੇ ਹੁਣ ਤੈਨੂੰ ਬਸੰਤ ਰੁੱਤ ਉਡੀਕਣ ਦੀ ਲੋੜ ਨਹੀਂ, ਬਸੰਤ ਮੌਸਮ ਉਡੀਕਣ ਦੀ ਲੋੜ ਨਹੀਂ। ਤੂੰ ਜੇਠ ਹਾੜ ਦੇ ਵਿੱਚ ਵੀ ਬਸੰਤ ਰੁੱਤ ਦਾ ਆਨੰਦ ਮਾਣੇਗਾ, ਤੇ ਪੋਹ ਮਾਘ ਦੀਆਂ ਰਾਤਾਂ ਜਾਂ ਦਿਨਾਂ ਦੇ ਵਿੱਚ ਵੀ ਬਸੰਤ ਰੁੱਤ ਦਾ ਆਨੰਦ ਮਾਣੇਗਾ। ਕਦੋਂ ਮਾਣੇਗਾ? ਫਿਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਤਿੰਨਾ ਬਸੰਤ ਹੈ, ਜਿਨ ਘਰ ਬਸਿਆ ਕੰਤ। ਜਿਨ੍ਹਾਂ ਦੇ ਸਰੀਰ ਰੂਪੀ ਘਰ ਦੇ ਵਿੱਚ ਨਾ ਉਹ ਰੱਬ ਜੀ ਕੰਤ ਆ ਕੇ ਬਸ ਗਿਆ, ਉਹਨਾਂ ਦੇ ਲਈ ਫਿਰ ਨਾ ਜਦੋਂ ਗੁਣਾ ਰੂਪੀ ਫੁੱਲ ਸੁਗੰਧੀ ਅੱਗੇ ਵੰਡਣੀ ਸ਼ੁਰੂ ਕਰ ਦਿੱਤੀ, ਤੇ ਉਹਨਾਂ ਲਈ 24 ਘੰਟੇ ਬਸੰਤ ਰੁੱਤ ਬਣ ਜਾਵੇਗੀ। ਤੈਨੂੰ ਆਹ ਦਾਤ ਮਿਲਣੀ ਆ ਤੀਜੇ ਸਟੈਪ ਤੇ ਜਾ ਕੇ। ਇਹ ਤੀਜੇ ਸਟੈਪ ਵਾਲੀ ਦਾਤ ਹਰੇਕ ਨੂੰ ਨਹੀਂ, ਕਿਸੇ ਕਿਸੇ ਨੂੰ ਮਿਲਦੀ ਆ। ਤੇ ਹੁਣ ਦੁਨਿਆਵੀ ਤੌਰ ਤੇ ਦੇਖੀਏ, ਰੁੱਤ ਮੌਸਮ ਬੜਾ ਵਧੀਆ, ਕੋਈ ਸ਼ੱਕ ਨਹੀਂ, ਨਾ ਗਰਮੀ ਨਾ ਠੰਡ। ਚਾਰ ਚੁਫੇਰੇ ਫਸਲ ਪਕਾਵੇ ਤੇ ਆਈ ਹੋਈ ਆ। ਫਸਲ ਦੀਆਂ ਵੱਲੀਆਂ ਦੀ ਸੁਗੰਧ, ਦਾਣਿਆਂ ਦੀ ਸੁਗੰਧ, ਫੁੱਲਾਂ ਦੀ ਸੁਗੰਧ ਚਾਰ ਚੁਫੇਰੇ ਖਿਲਰੀ ਪਈ ਆ। ਮਾਫ ਕਰਨਾ, ਜਿੰਨੀ ਕੁ ਆਕਸੀਜਨ, ਜਿੰਨੀ ਕੁ ਸੁਗੰਧੀ ਅੱਜ ਦੀ ਬਸੰਤ ਰੁੱਤ ਵਿੱਚ ਗੁਰੂ ਪਰਮਾਤਮਾ ਅਕਾਲ ਪੁਰਖ ਦੁਨੀਆ 'ਚ ਵੰਡ ਰਿਹਾ ਨਾ, ਅਤਰ ਵੰਡ ਰਿਹਾਗਾ। ਇੰਨਾ ਅਤਰ ਜੇ ਇਕੱਠਾ ਕਰਨਾ ਹੋਵੇ ਦੁਨਿਆਵੀ ਤਲ ਤੇ, ਆਪਾਂ ਕਹਿੰਦੇ ਸਾਡੀ ਵਿਗਿਆਨ ਬਹੁਤ ਵੱਡੀ ਆ, ਬੜੀ ਅੱਗੇ ਲੰਘ ਗਈ। ਇੰਨਾ ਕੁ ਅਤਰ, ਇੰਨਾ ਕੁ ਸੁਗੰਧੀ ਦੇ ਚਸ਼ਮੇ ਇਕੱਠੇ ਕਰਨੇ ਹੋਣ ਨਾ, ਮਾਫ ਕਰਨਾ, ਦੁਨੀਆ ਕੋਲੇ ਨਾਵਾ ਮੁੱਕ ਜੂਗਾ, ਦੁਨੀਆ ਕੋਲੇ ਰੁਪਈਏ ਮੁੱਕ ਜਾਣਗੇ। ਅਸਲੀਅਤ ਆ, ਸਰਤੀ ਇਹ ਗੱਲ ਆ। ਕਿੰਨੀ ਬਣ ਰਿਹਾਗਾ ਬਸੰਤ ਰੁੱਤ ਦੇ ਵਿੱਚ, ਕਿੰਨੇ ਸੋਹਣੇ ਸੋਹਣੇ ਫੁੱਲ, ਕਿੰਨੀ ਪੱਕੀ ਫਸਲ, ਸਰਮਾਂ ਪੱਕੀਆਂ। ਅੱਜ ਦਾ ਮੌਸਮ ਉਹ ਆਪਾਂ ਨਿਗਾਹ ਮਾਰ ਕੇ ਵੇਖ ਲਓ, ਚਾਰ ਚੁਫੇਰੇ। ਤੇ ਪਰ ਜੇ ਆਪਾਂ ਗੁਰੂ ਨੂੰ ਪੁੱਛੀਏ, ਗੁਰੂ ਸਾਹਿਬ ਕਹਿੰਦੇ ਮੇਰੇ ਸਿੱਖ ਦਾ ਜੀਵਨ ਆ ਬਸੰਤ ਰੁੱਤ ਵਰਗਾ ਬਣ ਜਾਂਦਾ, ਇੰਨਾ ਭਰਪੂਰ ਹੋ ਜਾਂਦਾ ਰਸ ਦੇ ਨਾਲ। ਉਹ 24 ਘੰਟੇ ਬਸੰਤ ਵਿੱਚ ਰਹਿੰਦਾ ਹੋਇਆ, ਆਨੰਦਮਈ ਰਹਿੰਦਾ ਹੋਇਆ, ਲੋਕਾਂ ਨੂੰ, ਦੁਨੀਆ ਨੂੰ ਕੁਛ ਨਾ ਕੁਛ ਵੰਡਦਾ ਰਹਿੰਦਾ ਗਾ। ਕੱਲ ਮਹਿਲਾ ਦਿਵਸ ਮਨਾਇਆ ਨਾ ਦੁਨੀਆ ਦੇ ਵਿੱਚ, ਦਿੱਲੀ ਵੀ ਮਨਾਈਆਂ ਗਈਆਂ, ਉੱਥੇ ਵੀ ਮਨਾਇਆ ਗਾ। ਚਲੋ ਆਪਾਂ ਨੂੰ ਨਹੀਂ ਪਤਾ ਵੀ ਕਿਵੇਂ ਦੁਨੀਆ ਮਨਾਉਂਦੀ ਹੈ, ਕਿਵੇਂ ਨਹੀਂ ਮਨਾਉਂਦੇ, ਪਰ ਇੱਕ ਗੱਲ ਜ਼ਰੂਰ ਹੈ, ਜੇ ਅਸੀਂ ਮਨਾਉਣਾ ਨਾ ਤਾਂ ਸਾਡੇ ਕੋਲੇ ਮਹਿਲਾ ਦਿਵਸ ਮਨਾਉਣ ਵਾਸਤੇ ਸਾਡੀਆਂ ਮਾਵਾਂ ਬਹੁਤ ਨੇ। ਸੋ ਕੋ ਮੰਦਾ ਆਖੀਐ ਜਿਤ ਜੰਮੈ ਰਜਾਨ ਵਾਲੀਆਂ ਮਾਵਾਂ। ਬਸੰਤ ਰੁੱਤ ਮਨਾਉਣੀ ਹੈ ਨਾ, ਬਸੰਤ ਪੰਚਮੀ ਮਨਾਉਣੀ ਆ, ਤਾਂ ਆਹ ਸ਼ਬਦ ਤੋਂ ਜ਼ਰੂਰ ਸਿੱਖ ਲਈਏ, ਨਾਨਕ ਤਿੰਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਸਾਪੁਰੀ ਸੇ ਅਹਨਸ ਫਿਰੈ ਜਲੰਤ। ਜਿਨ੍ਹਾਂ ਨੇ ਗੁਣ ਇਕੱਠੇ ਨਹੀਂ ਕੀਤੇ, ਫੁੱਲ ਬਣਾਏ ਨਹੀਂ, ਕੋਮਲ ਸਰੀਰ ਨੂੰ ਰੁੱਖਾ ਬਣਾ ਲਿਆ, ਸੁੱਕ ਗਏ। ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਕੰਤ ਸੁਹੇਲੜਾ ਵੀ ਨਹੀਂ ਆਇਆ, ਰੱਬ ਨਾਲ ਨਾਤਾ ਵੀ ਨਹੀਂ ਜੁੜਿਆ। ਵਾਹਿਗੁਰੂ ਪਰਮੇਸ਼ਰ ਨਾਲ ਨਾਤਾ ਨਾ ਜੁੜਨ ਕਰਕੇ ਜਿਨ੍ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਕੰਤ ਦਿਸਾਪੁਰੀ, ਦੂਰ ਆ ਜਿਨ੍ਹਾਂ ਦਾ ਕੰਤ, ਜਿਨ੍ਹਾਂ ਦਾ ਮਾਲਕ ਕਿਸੇ ਹੋਰ ਦੇਸ਼ ਵਿੱਚ ਬੈਠਾਗਾ। ਤੇ ਉਹ ਭੈਣਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦਾ ਮਾਲਕ ਪਤੀ ਕਿਸੇ ਹੋਰ ਦੇਸ਼ 'ਚ ਆ। ਦੁਨਿਆਵੀ ਉਦਾਹਰਨ, ਇੱਥੇ ਜਿਨ੍ਹਾਂ ਦਾ ਮਾਲਕ ਰੱਬ ਜੀ ਆ ਸਰੀਰ ਰੂਪੀ ਘਰ ਵਿੱਚੋਂ ਨਿਕਲ ਗਿਆ, ਯਾਦ ਨਿਕਲ ਗਈ, ਧਿਆਨ ਵਿਸਰ ਗਿਆ। ਜਿਨ੍ਹਾਂ ਕੰਤ ਦਿਸਾਪੁਰੀ ਅਹਨਸ ਫਿਰੇ ਜਲੰਤ, ਉਹ ਫਿਰ ਦਿਨ ਰਾਤ ਨਾ ਭਟਕਦੇ ਫਿਰਦੇ ਆ। ਬਸੰਤ ਰੁੱਤ ਸਭ ਤੋਂ ਸੁਹਾਵਣਾ ਮੌਸਮ, ਇਸ ਰੁੱਤ ਵਿੱਚ ਵੀ ਉਹਨਾਂ ਨੂੰ ਟੇਕ ਨਹੀਂ ਹੈ। ਨਾ ਠੰਡ ਵਿੱਚ ਟੇਕ ਆ ਸਰਦੀ 'ਚ, ਨਾ ਗਰਮੀ 'ਚ ਟੇਕ ਆ। ਉਹ 24 ਘੰਟੇ ਇੱਕ ਗੰਦਗੀ ਦੇ ਕੀੜੇ ਵਾਂਗ ਕੁਰਬਲ ਕੁਰਬਲ ਕਰਦੇ ਫਿਰਦੇ ਆ। ਪਾਤਸ਼ਾਹ ਨੇ ਬਾਣੀ ਵਿੱਚ ਵੀ ਲਿਖਿਆ ਨਾ, ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਨੇ 5ਵੇਂ ਰੂਪ ਦੇ ਵਿੱਚ। ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਤੋਂ ਭੁੱਲਿਆ, ਗੁਰੂ ਨਾਲੋਂ ਟੁੱਟਿਆ, ਵਿਆਪਨ ਆ ਗਏ।
ਸਭੇ ਦੁਨੀਆ ਦੇ ਸਾਰੇ ਰੋਗ ਤੇਰੇ ਕੋਲੇ ਆ ਗਏ, ਤੇਰੀ ਝੋਲੀ ਵਿੱਚ ਪੈ ਗਏ। ਜੇ ਤੂੰ ਰੱਬ ਨਾਲ ਜੁੜਿਆ ਹੁੰਦਾ ਫਿਰ ਫੁੱਲ ਪੈਂਦੇ ਗੁਣ, ਉਹਨਾਂ ਗੁਣਾਂ ਨੂੰ ਪਰੋਂਦਾ, ਉਹਨਾਂ ਗੁਣਾਂ ਤੋਂ ਕੰਮ ਲੈਂਦਾ, ਫਿਰ ਤੂੰ ਅੱਗੇ ਉਹਨਾਂ ਗੁਣਾਂ ਨੂੰ ਵੰਡਣਾ ਸੀ। ਫਿਰ ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ। ਫਿਰ ਉਹ ਮਾਲਕ ਕਿਰਪਾ ਕਰੇ ਤਾਂ ਅਸੀਂ ਗੁਰੂ ਦੇ ਬਚਨਾਂ ਅਨੁਸਾਰ ਆਪਣੀ ਜ਼ਿੰਦਗੀ ਢਾਲ ਸਕਦੇ ਹਾਂ। ਆਨੰਦਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ। ਆਨੰਦ ਦਿਨ ਸੇਵੀ ਮੈਂ ਰੱਬ ਦੀ ਸੇਵਾ, ਗੁਰੂ ਦੀ ਸੇਵਾ ਵਿੱਚ ਦਿਨ ਰਾਤ ਲੱਗ ਗਿਆ। ਹੁਣ ਅੱਗੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਗੁਣ ਰਵਾਂ ਮਨ ਸੱਚੇ ਰਚਨੀ। ਹੁਣ ਮੈਂ ਸੱਚੇ ਮਾਲਕ ਨਾਲ ਰਚ ਵਿੱਚ ਗਿਆ ਹਾਂ। ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਪਾਇਆ। ਉਹ ਮੇਰਾ ਮਾਲਕ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰ ਚਰਨੀ ਲੱਗਿਆ ਹਰ ਨਿਤ ਜਪਣੀ। ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਾਂ ਨਿਤ ਉਹਨੂੰ ਜਪੀਏ। ਜਿਨ੍ਹਾਂ ਨਾ ਵਿਸਰੈ ਨਾਉ, ਜਿਨ੍ਹਾਂ ਨੇ ਨਾਮ ਨਹੀਂ ਵਿਸਾਰਿਆ ਸੇ ਫਿਰੇ ਕਨੇਰਿਆਂ। ਉਹ ਭਾਈ ਦੁਨੀਆ ਦੇ ਵਿੱਚ ਕਨੇਰੇ ਬਣ ਜਾਂਦੇ ਨੇ, ਚੰਗੇ ਬਣ ਜਾਂਦੇ ਨੇ, ਬਹੁ ਮੁੱਲੇ ਬਣ ਜਾਂਦੇ ਨੇ। ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ। ਸਾਰਾ ਕੁਝ ਗੁਰਦੇਵ ਨੇ ਆਪਣੇ ਸਰੀਰ ਰੂਪੀ ਘਰ ਵਿੱਚ ਪਰੋਸ ਕੇ ਰੱਖ ਦਿੱਤਾ ਹੈ। ਜਿਨ੍ਹਾਂ ਨੇ ਗੁਰੂ ਤੋਂ ਮੱਤ ਲੈ ਲਈ ਉਹਨਾਂ ਨੇ ਇਹ ਸਰੀਰ ਦੇ ਵਿੱਚੋਂ ਗੁਣ ਚੱਕ ਕੇ ਇਹ ਸਰੀਰ ਤੋਂ ਸ਼ੁਭ ਕੰਮ ਲੈ ਕੇ ਇਹਨੂੰ ਚੰਗੇ ਕੰਮਾਂ ਦੇ ਲਈ, ਭਲੇ ਦੇ ਕੰਮਾਂ ਲਈ ਵਰਤਣਾ ਸ਼ੁਰੂ ਕਰ ਲਿਆ। ਸੋ ਇੱਥੋਂ ਤੱਕ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ ਸੰਗਤ, ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।